ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਕੁਝ ਪਿਛਲੇ ਦਿਨਾਂ ਤੋਂ ਜੋ ਆਪਾਂ ਇੱਕ ਲੜੀ ਦੇ ਤਹਿਤ ਹਠ ਯੋਗ ਅਤੇ ਸਹਿਜ ਯੋਗ ਦੀ ਗੱਲ ਕਰਦੇ ਆ ਰਹੇ ਹਾਂ, ਉਸ ਦੇ ਤਹਿਤ ਆਪਾਂ ਉਸ ਲੜੀ ਦਾ ਚੌਥਾ ਨੰਬਰ, ਜਿਸ ਨੂੰ ਪ੍ਰਾਣਾਯਾਮ ਆਖਦੇ ਨੇ, ਉਸ ਦੇ ਸੰਬੰਧ ਵਿੱਚ ਪਿਛਲੇ ਸ਼ੁੱਕਰਵਾਰ ਗੱਲਬਾਤ ਕਰ ਰਹੇ ਸਾਂ। ਉੱਥੋਂ ਹੀ ਅੱਜ ਪ੍ਰਾਰੰਭ ਕਰਦੇ ਹਾਂ ਕਿ ਗੁਰਮਤਿ ਦਾ ਪ੍ਰਾਣਾਯਾਮ ਕੀ ਹੈ। ਜਿਸ ਤਰ੍ਹਾਂ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਹਠ ਯੋਗ ਦੇ ਅੰਦਰ ਪ੍ਰਾਣਾਯਾਮ ਹੁੰਦਾ ਸਵਾਸ ਨੂੰ ਅੰਦਰ ਖਿੱਚਣਾ, ਉਸ ਨੂੰ ਰੋਕ ਕੇ ਰੱਖਣਾ ਤੇ ਫਿਰ ਉਸ ਨੂੰ ਬਾਹਰ ਕੱਢਣਾ। ਉਸ ਨੂੰ ਪੂਰਕ, ਕੁੰਭਕ ਤੇ ਰੇਚਕ ਆਖਦੇ ਨੇ। ਗੁਰਮਤਿ ਦਾ ਪ੍ਰਾਣਾਯਾਮ ਕੀ ਹੈ? ਗੁਰੂ ਦੇ ਬਚਨਾਂ ਨੂੰ ਅੰਦਰ ਲਿਜਾਣਾ, ਉਹਨਾਂ ਨੂੰ ਰੋਕ ਕੇ ਰੱਖਣਾ, ਭਾਵ ਗੁਰੂ ਦੀ ਸਿੱਖਿਆ ਸਾਡੇ ਮਨ ਵਿੱਚ ਵਸ ਜਾਏ ਤੇ ਫਿਰ ਉਹ ਵਸੀ ਹੋਈ ਸਿੱਖਿਆ ਬਾਹਰ ਨਾ ਜਾਏ, ਹਮੇਸ਼ਾ ਸਾਡੇ ਨਾਲ ਰਹੇ, ਭਾਵ ਅਸੀਂ ਉਸ ਨੂੰ ਭੁਲਾ ਨਾ ਦਈਏ। ਬਾਹਰ ਕੀ ਕੱਢਣਾ ਹੈ? ਜੋ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਤੁਹਾਡੇ ਅੰਦਰ ਕੁਝ ਅਵਗੁਣ ਨੇ, ਕੁਝ ਮਾੜੀਆਂ ਆਦਤਾਂ ਨੇ, ਉਹਨਾਂ ਨੂੰ ਬਾਹਰ ਕੱਢਣਾ। ਅਵਗੁਣਾਂ ਨੂੰ ਬਾਹਰ ਕੱਢਣਾ, ਮਾੜੀਆਂ ਆਦਤਾਂ ਨੂੰ ਬਾਹਰ ਕੱਢਣਾ, ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮਨ ਵਿੱਚ ਹਮੇਸ਼ਾ ਲਈ ਪੱਕੇ ਤੌਰ ਤੇ ਵਸਾ ਲੈਣਾ ਤੇ ਉਹਦੇ ਮੁਤਾਬਕ ਕਰਮ ਕਰਨਾ, ਇਸ ਨੂੰ ਗੁਰਮਤਿ ਦਾ ਪ੍ਰਾਣਾਯਾਮ ਆਖਦੇ ਨੇ। ਸਿੱਖ ਨੇ ਕਦੇ ਵੀ ਉਸ ਸਵਾਸਾਂ ਵਾਲੀ ਕਿਰਿਆ ਵਿੱਚ ਨਹੀਂ ਪੈਣਾ। ਸੋ ਅਸੀਂ ਗੱਲ ਇੱਥੇ ਖਤਮ ਕੀਤੀ ਸੀ ਤੇ ਦੋ ਬਚਨ ਮੈਂ ਆਪ ਜੀ ਨਾਲ ਸਾਂਝੇ ਕਰਨੇ ਸਨ ਅੱਜ ਇਸੇ ਹੀ ਸੰਬੰਧ ਵਿੱਚ, ਕਿ ਇੱਕ ਤੇ ਸਾਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ ਕਿ ਤੁਸੀਂ ਜੋ ਗੁਰਮਤਿ ਦਾ ਪ੍ਰਾਣਾਯਾਮ ਹੈ, ਉਸ ਦੇ ਸੰਬੰਧ ਵਿੱਚ ਪਰਮੇਸ਼ਵਰ ਦਾ ਨਾਮ ਜਪਣਾ। ਨਾਮ ਜਪਣਾ ਖੜੇ ਖੜੋਤਿਆਂ, ਬੈਠਦਿਆਂ, ਉੱਠਦਿਆਂ, ਮਾਰਗ ਵਿੱਚ ਚੱਲਦਿਆਂ, ਤੇ ਇਸ ਤਰ੍ਹਾਂ ਸਮਝਣਾ ਕਿ ਜੋ ਸਤਿਗੁਰੂ ਦਾ ਬਚਨ ਹੈ ਮੇਰੇ ਲਈ ਉਹ ਹੀ ਸਤਿਗੁਰੂ ਹੈ। ਮੇਰੇ ਗੁਰੂ ਦਾ ਬਚਨ ਹੀ ਮੈਨੂੰ ਮੁਕਤੀ ਦਾ ਰਸਤਾ ਦੱਸੇਗਾ ਤੇ ਮੈਂ ਉਸ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਵਾਂਗਾ। ਜਿਹੜੇ ਮਨੁੱਖ ਗੁਰੂ ਦੇ ਬਚਨਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੁੰਦੇ ਨੇ, ਉਹ ਸਵਾਸ ਪ੍ਰਭੂ ਦੀ ਭਗਤੀ ਕਰਦੇ ਨੇ। ਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ, ਸਾਸਨ ਸਾਸ ਸਾਸ ਬਲ ਪਾਈ ਹੈ। ਉਹ ਹਰ ਸਵਾਸ ਦੇ ਨਾਲ ਪ੍ਰਮਾਤਮਾ ਨੂੰ ਯਾਦ ਰੱਖਦੇ ਨੇ, ਭਾਵ ਕਦੇ ਵੀ ਨਹੀਂ ਵਿਸਾਰਦੇ, ਤੇ ਇਸ ਤਰ੍ਹਾਂ ਜਪਦਿਆਂ ਜਪਦਿਆਂ ਪ੍ਰਭੂ ਕੋਲੋਂ ਇੱਕ ਸ਼ਕਤੀ ਹਾਸਲ ਕਰਦੇ ਨੇ ਉਸ ਮੁਕਤੀ ਦੇ ਰਸਤੇ ਤੇ ਚੱਲਣ ਲਈ। ਸੋ ਸਤਿਗੁਰੂ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਜਿੰਨਾ ਚਿਰ ਸਰੀਰ ਦੇ ਵਿੱਚ ਸਵਾਸ ਹਨ, ਉਹਨਾਂ ਚਿਰ ਪ੍ਰਭੂ ਦੀ ਭਗਤੀ ਕਰਦੇ ਰਹਿਣਾ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦੇ ਰਹਿਣਾ। ਇੱਥੋਂ ਤੱਕ ਤੇ ਗੱਲ ਬੜੀ ਸਪਸ਼ਟ ਹੈ ਤੇ ਸਮਝ ਆਉਂਦੀ ਹੈ, ਪਰ ਇਸ ਤੋਂ ਅੱਗੇ ਨਿਹ ਸਾਸਨ ਨਾਮ ਧਿਆਵੈ ਕੋ। ਸਾਸਨ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਕਰਦੇ ਨੇ ਸਵਾਸਾਂ ਦੇ ਹੁੰਦਿਆਂ, ਤੇ ਨਿਹ ਸਾਸਨ ਦਾ ਅਰਥ ਕਰਦੇ ਨੇ ਜਦੋਂ ਸਰੀਰ ਵਿੱਚ ਸਵਾਸ ਨਾ ਰਹਿਣ, ਸਵਾਸਾਂ ਦੇ ਨਾ ਹੁੰਦਿਆਂ।
ਸਵਾਸਾਂ ਦੇ ਹੁੰਦਿਆਂ ਭਗਤੀ ਕਰਨੀ, ਰੱਬ ਦਾ ਨਾਮ ਜਪਣਾ, ਇਹ ਤੇ ਗੱਲ ਬੜੀ ਸਮਝ ਵਿੱਚ ਆਉਂਦੀ ਹੈ ਕਿ ਕੋਈ ਬੰਦਾ ਕਰ ਸਕਦਾ ਹੈ, ਪਰ ਸਵਾਸਾਂ ਤੋਂ ਬਿਨਾਂ ਨਾਮ ਜਪਣਾ, ਇਹ ਸਾਡੀ ਸਮਝ ਵਿੱਚ ਇੰਨੀ ਆਸਾਨੀ ਨਾਲ ਗੱਲ ਆਉਣ ਵਾਲੀ ਨਹੀਂ। ਮੈਨੂੰ ਵੀ ਨਹੀਂ ਆਉਂਦੀ, ਪਰ ਮੈਂ ਇੱਕ ਦੋ ਇਤਿਹਾਸਕ ਹਵਾਲੇ ਦੇ ਕੇ ਕਹਿ ਸਕਦਾ ਹਾਂ ਕਿ ਗੁਰੂ ਰਾਮਦਾਸ ਪਾਤਸ਼ਾਹ ਜੋ ਬਚਨ ਆਖਦੇ ਨੇ ਕਿ ਜਦੋਂ ਸਵਾਸਾਂ ਦੀ ਅਣਹੋਂਦ ਹੋਵੇ, ਜਦੋਂ ਸਵਾਸ ਨਾ ਹੋਣ, ਉਦੋਂ ਵੀ ਨਾਮ ਜਪਿਆ ਜਾ ਸਕਦਾ ਹੈ। ਅਸੀਂ ਸਿੱਖ ਇਤਿਹਾਸ ਨੂੰ ਬਹੁਤ ਵਾਰੀ ਪੜ੍ਹਿਆ ਹੈ ਤੇ ਉਸ ਇਤਿਹਾਸ ਨੂੰ ਪੜ੍ਹਦਿਆਂ ਅਸੀਂ ਕਈ ਵਾਰੀ ਚਾਂਦਨੀ ਚੌਕ ਚਲੇ ਜਾਂਦੇ ਹਾਂ, ਜਿੱਥੇ 3 ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਪਹਿਲਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ। ਉਹ 3 ਸਿੱਖ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਇਆਲਾ ਜੀ। ਸੋ ਉਹਨਾਂ ਦਾ ਇਤਿਹਾਸ ਪੜ੍ਹਦਿਆਂ ਜਦੋਂ ਸ਼ਹੀਦੀ ਪ੍ਰਾਪਤ ਕਰਦੇ ਨੇ ਤੇ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰਿਆ ਗਿਆ, ਸਾਰੇ ਇਤਿਹਾਸਕਾਰ ਇਹੀ ਗੱਲ ਲਿਖਦੇ ਨੇ। ਔਰ ਉਹ ਇਹ ਵੀ ਲਿਖਦੇ ਨੇ ਕਿ ਜਦੋਂ ਫੱਟਿਆਂ ਦੇ ਵਿੱਚ ਜਕੜ ਕੇ ਭਾਈ ਮਤੀ ਦਾਸ ਦੇ ਸੀਸ ਤੇ ਆਰਾ ਰੱਖ ਕੇ ਉਸ ਨੂੰ ਚੀਰਿਆ, ਉਹਦੇ 2 ਫਾੜ, ਇੱਕ ਪਾਸਾ ਇੱਧਰ ਨੂੰ ਡਿੱਗਾ ਤੇ ਦੂਜਾ ਪਾਸਾ ਇੱਧਰ ਨੂੰ ਡਿੱਗਾ। ਤੁਸੀਂ ਜਿਸ ਮਰਜ਼ੀ ਇਤਿਹਾਸਕਾਰ ਨੂੰ ਪੜ੍ਹੋ, ਮੈਂ ਤਕਰੀਬਨ 6-7 ਇਤਿਹਾਸਕਾਰ ਪੜ੍ਹੇ ਨੇ ਭਾਈ ਮਤੀ ਦਾਸ ਦੀ ਸ਼ਹਾਦਤ ਦੇ ਸੰਬੰਧ ਵਿੱਚ। ਜਿੰਨਿਆਂ ਕੁ ਨੂੰ ਮੈਂ ਪੜ੍ਹਿਆ, ਉਹ ਸਾਰੇ ਹੀ ਇਹ ਗੱਲ ਲਿਖਦੇ ਨੇ ਕਿ ਉਹ ਜਿਹੜੇ ਸਰੀਰ ਦੇ 2 ਫਾੜ ਸਨ, ਦੋਹਾਂ ਵਿੱਚੋਂ ਜਪਜੀ ਸਾਹਿਬ ਜੀ ਦੇ ਪਾਠ ਹੋਣ ਦੀ ਆਵਾਜ਼ ਆ ਰਹੀ ਸੀ, ਪਰ ਸਰੀਰ ਵਿੱਚ ਸਵਾਸ ਨਹੀਂ ਸਨ ਚੱਲ ਰਹੇ। ਉਸ ਵਕਤ ਸਰੀਰ ਵਿੱਚ ਸਵਾਸ ਨਹੀਂ ਚੱਲ ਰਹੇ, ਸਰੀਰ ਦੇ 2 ਫਾੜ ਹੋ ਗਏ ਨੇ, ਇੱਕ ਇੱਧਰ ਡਿੱਗਾ ਇੱਕ ਉੱਧਰ ਡਿੱਗਾ ਹੈ, ਪਰ ਉਹਨਾਂ ਦੋਹਾਂ ਦੇ ਵਿੱਚੋਂ ਜਪਜੀ ਸਾਹਿਬ ਜੀ ਦੇ ਪਾਠ ਹੋਣ ਦੀ ਆਵਾਜ਼ ਆ ਰਹੀ ਹੈ। ਉਸ ਨੂੰ ਆਖਦੇ ਨੇ ਨਿਹ ਸਾਸਨ ਨਾਮ ਧਿਆਵੈ ਗੋ। ਇਸ ਅਵਸਥਾ ਵਿੱਚ ਪਹੁੰਚਣ ਲਈ ਮਨੁੱਖ ਲਈ ਜ਼ਰੂਰੀ ਹੈ ਕਿ ਜਦੋਂ ਉਹ ਜੀਵਤ ਭਾਵ ਵਿੱਚ ਹੈ, ਜਿੰਦਾ ਹੈ, ਉਦੋਂ ਸਵਾਸ ਪ੍ਰਭੂ ਦੀ ਭਗਤੀ ਦਾ ਅਭਿਆਸ ਕਰੇ। ਜੋ ਸਵਾਸ ਪ੍ਰਭੂ ਦੀ ਭਗਤੀ ਦਾ ਅਭਿਆਸ ਕਰਦਾ ਰਹੇ ਤੇ ਹੋ ਸਕਦਾ ਹੈ ਇਹ ਕਰਮ ਉਸ ਦੇ ਸਰੀਰ ਦੇ ਤਿਆਗ ਹੋਣ ਤੋਂ ਬਾਅਦ ਵੀ ਜਾਰੀ ਰਹੇ, ਜਿਸ ਤਰ੍ਹਾਂ ਭਾਈ ਮਤੀ ਦਾਸ ਜੀ ਦਾ ਹੋਇਆ, ਜਿਸ ਤਰ੍ਹਾਂ ਭਾਈ ਸਤੀ ਦਾਸ ਜੀ ਦਾ ਹੋਇਆ। ਔਰ ਇੱਕ ਉਦਾਹਰਨ ਮੈਂ ਆਪ ਜੀ ਦੇ ਨਾਲ ਹੋਰ ਸਾਂਝੀ ਕਰਨਾ ਚਾਹਾਂਗਾ, ਜੋ ਹੁਣੇ ਥੋੜਾ ਸਮਾਂ ਪਹਿਲਾਂ ਵਾਪਰੀ। ਤਕਰੀਬਨ 1945 ਵਿੱਚ ਸਾਡੇ ਇੱਕ ਸੱਜਣ ਸਨ, ਬਜ਼ੁਰਗ ਭਾਈ ਕਰਤਾਰ ਸਿੰਘ। ਉਹ ਆਪਣੇ ਹਾਈ ਸਕੂਲ ਦੀ ਗੱਲ ਕਰਦੇ ਸਨ ਕਿ ਜਦੋਂ ਮੈਂ ਹਾਈ ਸਕੂਲ ਵਿੱਚ ਪੜ੍ਹਦਾ ਸਾਂ ਪਾਕਿਸਤਾਨ ਵਿੱਚ, ਤੇ ਇੱਕ ਮੌਲਵੀ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਦੇ ਸਰੀਰ ਨੂੰ ਦਫਨਾਉਣ ਵਾਸਤੇ ਕੁਝ ਲੋਕ ਉਹਨਾਂ ਦੀ ਅਰਥੀ ਲੈ ਕੇ ਹਾਈ ਸਕੂਲ ਦੇ ਨੇੜਿਓਂ ਲੰਘ ਕੇ ਅੱਗੇ ਜਾ ਰਹੇ ਸੀ, ਜਿੱਥੇ ਉਹਨਾਂ ਦੀ ਅਰਥੀ ਨੂੰ ਦਫਨ ਕਰਨਾ ਸੀ। ਤੇ ਕਰਤਾਰ ਸਿੰਘ ਜੀ ਨੇ ਦੱਸਿਆ ਕਿ ਸਾਡੇ ਅਧਿਆਪਕ ਨੇ ਇਹ ਗੱਲ ਆਖੀ, ਬੱਚਿਓ ਤੁਸੀਂ ਵੀ ਤਿਆਰ ਹੋਵੋ ਤੇ ਆਪਾਂ ਮੀਆਂ ਜੀ ਦੀ ਅਰਥੀ ਦੇ ਨਾਲ ਜਾਣਾ ਹੈ। ਉਹ ਕਹਿੰਦੇ ਅਸੀਂ ਬੱਚੇ ਜਿਹੜੇ 10ਵੀਂ ਕਲਾਸ ਵਿੱਚ ਪੜ੍ਹਦੇ ਸਾਂ ਉਹਨਾਂ ਦੇ ਨਾਲ ਗਏ। ਜਿੱਥੇ ਜਾ ਕੇ ਅਰਥੀ ਰੱਖੀ ਗਈ, ਉਹਨਾਂ ਦੇ ਲਈ ਕਬਰ ਪੁੱਟੀ ਗਈ ਤੇ ਉਸ ਅਰਥੀ ਦੇ ਲਾਗੇ ਇੱਕ ਆਦਮੀ ਬੈਠਾ ਹੋਇਆ ਤੇ ਉਹਨੇ ਇਹ ਗੱਲ ਆਖੀ ਕਿ ਦੇਖੋ ਮੀਆਂ ਜੀ ਨੂੰ ਕਿੰਨੇ ਘੰਟੇ ਹੋ ਗਏ ਨੇ ਪ੍ਰਾਣ ਤਿਆਗੇ ਨੂੰ, ਸਰੀਰ ਤਿਆਗੇ ਨੂੰ, ਪਰ ਉਹਨਾਂ ਦੇ ਸਰੀਰ ਵਿੱਚੋਂ ਅਜੇ ਵੀ ਅੱਲਾਹੂ ਦੀ ਆਵਾਜ਼ ਆਉਂਦੀ ਹੈ। ਤੇ ਕਰਤਾਰ ਸਿੰਘ ਨੇ ਦੱਸਿਆ ਕਿ ਮੈਂ ਖੁਦ 10ਵੀਂ ਕਲਾਸ ਵਿੱਚ ਮੈਂ ਪੜ੍ਹਦਾ ਸਾਂ ਤੇ ਮੈਂ ਉਸ ਸਰੀਰ ਦੇ ਨੇੜੇ ਜਾ ਕੇ ਆਪਣੇ ਕੰਨ ਲਗਾ ਕੇ ਸੁਣਿਆ ਤੇ ਸੱਚੀ ਮੁੱਚੀ ਉਸ ਲਾਸ਼ ਦੇ ਵਿੱਚੋਂ ਅੱਲਾਹੂ ਦੀ ਆਵਾਜ਼ ਆ ਰਹੀ ਸੀ। ਨਿਹ ਸਾਸਨ ਨਾਮ ਧਿਆਵੈ ਗੋ। ਗੁਰੂ ਰਾਮਦਾਸ ਮਹਾਰਾਜ ਜੀ ਨੇ ਐਵੇਂ ਨਹੀਂ ਲਿਖਿਆ ਕਿ ਸਵਾਸਾਂ ਤੋਂ ਬਿਨਾਂ ਵੀ
ਕੋਈ ਪ੍ਰਭੂ ਦੀ ਭਗਤੀ ਵਿੱਚ ਜੁੜਿਆ ਰਹਿ ਸਕਦਾ ਹੈ। ਸੋ ਇਹ ਦੋ ਚੀਜ਼ਾਂ ਨੇ ਸਾਸਨ ਨਾਮ ਧਿਆਉਣ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਸਵਾਸਾਂ ਦੇ ਹੁੰਦਿਆਂ ਨਾਮ ਜਪਿਆ ਜਾਏ। ਜੇ ਸਵਾਸਾਂ ਦੇ ਹੁੰਦਿਆਂ ਹਰ ਸਵਾਸ ਦੇ ਨਾਲ ਪ੍ਰਭੂ ਦੀ ਭਗਤੀ ਦਾ ਅਭਿਆਸ ਪਕਾਇਆ ਜਾਏ ਤੇ ਸਰੀਰ ਛੁੱਟ ਜਾਣ ਤੋਂ ਬਾਅਦ ਵੀ ਹੋ ਸਕਦਾ ਹੈ ਉਹ ਨਾਮ ਦੀ ਰੌਂ ਚੱਲਦੀ ਹੀ ਰਹੇ। ਸੋ ਗੁਰ ਪ੍ਰਸਾਦੀ ਹਉਮੈ ਬੁਝੈ ਤੋ ਗੁਰਮਤਿ ਨਾਮ ਸਮਾਵੈ ਗੋ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਕਿਸੇ ਮਨੁੱਖ ਦੇ ਅੰਦਰੋਂ ਹਉਮੈ ਦੀ ਬਲਦੀ ਹੋਈ ਅੱਗ ਬੁਝ ਜਾਂਦੀ ਏ, ਇੱਥੇ ਹਉਮੈ ਬੁਝੈ ਤੋਂ ਮਤਲਬ ਹੈ ਅੱਗ ਦਾ ਬੁਝ ਜਾਣਾ। ਇਹਦਾ ਮਤਲਬ ਹਉਮੈ ਇੱਕ ਅੱਗ ਹੈ, ਇੱਕ ਬੜਾ ਤਕੜਾ ਜਜ਼ਬਾ ਹੈ ਸਾਡੇ ਅੰਦਰ ਜਿਹੜਾ ਅੱਗ ਦੀ ਤਰ੍ਹਾਂ ਮੱਚਦਾ ਹੈ। ਔਰ ਤੁਸੀਂ ਹਉਮੈ ਵਿੱਚ ਵਰਤਦੇ ਹੋਏ ਕਿਸੇ ਬੰਦੇ ਨੂੰ ਵੇਖੋਗੇ ਤੇ ਇਸ ਤਰ੍ਹਾਂ ਹੀ ਲੱਗੇਗਾ ਕਿ ਜਿਵੇਂ ਅੱਗ ਦੇ ਭਾਂਬੜ ਇਹਦੇ ਅੰਦਰ ਬਲ ਰਹੇ ਹੋਣ। ਗੁਰਮਤਿ ਨਾਮ ਸਮਾਵੈ ਗੋ। ਜਦੋਂ ਗੁਰੂ ਦੀ ਕਿਰਪਾ ਨਾਲ ਉਹ ਹਉਮੈ ਦੀ ਬਲਦੀ ਹੋਈ ਅੱਗ ਬੁਝ ਜਾਂਦੀ ਹੈ ਕਿਸੇ ਮਨੁੱਖ ਦੇ ਅੰਦਰੋਂ ਤੇ ਗੁਰੂ ਦੀ ਮੱਤ ਤੇ ਚੱਲਦਿਆਂ ਉਹ ਨਾਮ ਵਿੱਚ ਸਮਾ ਜਾਂਦਾ ਹੈ। ਜਦੋਂ ਮਨੁੱਖ ਨਾਮ ਵਿੱਚ ਸਮਾ ਜਾਂਦਾ ਹੈ ਉਦੋਂ ਮਨੁੱਖ ਜਿਉਂਦਿਆਂ ਤੇ ਸਰੀਰ ਨੂੰ ਤਿਆਗਣ ਤੋਂ ਬਾਅਦ ਵੀ ਪ੍ਰਭੂ ਦੀ ਭਗਤੀ ਵਿੱਚ ਜੁੜਿਆ ਰਹਿ ਸਕਦਾ ਹੈ। ਸੋ ਇਹ ਮੈਂ ਆਪ ਜੀ ਨਾਲ ਸੰਖੇਪ ਜੀ ਵਿਚਾਰ ਕੀਤੀ ਏ। ਇਸ ਤੋਂ ਅੱਗੇ ਹੋਰ ਬਹੁਤ ਕੁਝ ਹੋਏਗਾ। ਗੁਰਬਾਣੀ ਦੀ ਇੰਨੀ ਜ਼ਿਆਦਾ ਗਹਿਰਾਈ ਏ ਕਿ ਆਪਣੇ ਜਿਹੇ ਲੋਕਾਂ ਦੇ ਵੱਸ ਦਾ ਕੰਮ ਨਹੀਂ ਕਿ ਅਸੀਂ ਹਰ ਇੱਕ ਗੱਲ ਨੂੰ ਸਹੀ ਅਰਥਾਂ ਵਿੱਚ ਐਕਸਪਲੇਨ ਕਰ ਸਕੀਏ। ਮੈਂ ਕੋਸ਼ਿਸ਼ ਕੀਤੀ ਏ। ਆਪ ਜੀ ਨੇ ਹੋਰ ਸਰਚ ਕਰਨਾ, ਜੇ ਤੁਹਾਨੂੰ ਕੋਈ ਹੋਰ ਨਵੀਂ ਚੀਜ਼ ਲੱਭੇ ਤੇ ਮੈਨੂੰ ਵੀ ਦੱਸਣਾ, ਪਰ ਜਿੰਨੀ ਕੁ ਮੈਨੂੰ ਸਮਝ ਆਈ ਮੈਂ ਤੁਹਾਡੇ ਨਾਲ ਇਹ ਬਚਨ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਏ। ਔਰ ਜਿਹੜੀਆਂ ਮੈਂ ਭੁੱਲਾਂ ਕੀਤੀਆਂ ਹੁਣ ਭਾਈ ਮੈਂ ਉਹਦੀ ਤੁਹਾਡੇ ਤੋਂ ਵੀ ਤੇ ਗੁਰੂ ਜੀ ਤੋਂ ਵੀ ਮਾਫੀ ਚਾਹੁੰਦਾ ਹਾਂ। ਸੋ ਆਓ ਹੁਣ ਅਸੀਂ ਅਗਲੀ ਗੱਲ ਕਰਦੇ ਹਾਂ। ਨੰਬਰ 5 ਹੈ ਪ੍ਰਤਿਆਹਾਰ। ਅਸੀਂ ਉੱਤੇ ਜਿਹੜੇ 4 ਨਿਯਮ ਸਮਝੇ ਨੇ, ਯਮ, ਨਿਯਮ, ਆਸਨ ਤੇ ਪ੍ਰਾਣਾਯਾਮ, ਅੱਜ ਅਸੀਂ ਨੰਬਰ 5 ਸਮਝਣਾ ਹੈ ਪ੍ਰਤਿਆਹਾਰ। ਇਸ ਨੂੰ ਅਸੀਂ ਸਮਝਣਾ ਸ਼ੁਰੂ ਕਰਾਂਗੇ। ਜੇ ਸਮਝ ਪਾਏ ਪੂਰਾ ਠੀਕ ਹੈ, ਨਹੀਂ ਤੇ ਅਗਲੀ ਕਥਾ ਵਿੱਚ ਫਿਰ ਇਸ ਦੀ ਜਿਹੜੀ ਚੀਜ਼ ਬਾਕੀ ਰਹਿ ਜਾਏਗੀ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ ਹੈ ਕਿ ਜਿਹੜੇ ਉਤਲੇ 5 ਅੰਗ ਨੇ, ਯੋਗ ਦੇ ਆਖ ਲੋ, ਹਠ ਯੋਗ ਦੇ ਆਖ ਲਵੋ ਜਾਂ ਫਿਰ ਸਹਿਜ ਯੋਗ ਦੇ ਆਖ ਲਵੋ, ਇਹ ਜਿਹੜੇ ਉਤਲੇ 5 ਨਿਯਮ ਜਾਂ 5 ਅੰਗ ਨੇ, ਇਹ ਸਾਰੇ ਦੇ ਸਾਰੇ ਉਹਨਾਂ ਦੇ ਪ੍ਰੋਫੈਸਰ ਸਾਹਿਬ ਸਿੰਘ ਦੇ ਮੁਤਾਬਕ ਬਾਹਰਲੇ ਸਾਧਨ ਨੇ। ਕਿਸ ਤਰ੍ਹਾਂ ਅਸੀਂ ਆਪਣੇ ਮਨ ਤੇ ਕੰਟਰੋਲ ਕਰਨਾ ਹੈ, ਕਿਸ ਤਰ੍ਹਾਂ ਅਸੀਂ ਆਪਣੇ ਇੰਦਰੀਆਂ ਤੇ ਕੰਟਰੋਲ ਕਰਨਾ ਹੈ, ਕਿਸ ਤਰ੍ਹਾਂ ਅਸੀਂ ਉਹ ਸਾਧਨ ਜੁਟਾਣੇ ਨੇ ਜਿਨ੍ਹਾਂ ਸਾਧਨਾਂ ਦੁਆਰਾ ਇਹ ਸਭ ਕੁਝ ਕੀਤਾ ਜਾ ਸਕੇ, ਕਿਸ ਤਰ੍ਹਾਂ ਅਸੀਂ ਆਸਨ ਲਗਾਉਣਾ ਹੈ, ਕਿਵੇਂ ਬੈਠਣਾ ਹੈ। ਜਿਵੇਂ ਹੁਣ ਤੁਸੀਂ ਸੰਗਤ ਵਿੱਚ ਗੁਰਮੁਖੀ ਆਸਨ ਤੇ ਬੈਠੇ ਹੋ, ਭਾਵੇਂ 84 ਆਸਨ ਸਿੱਧਾਂ ਨੇ ਮੰਨੇ ਨੇ, ਪਰ ਸਾਨੂੰ ਉਹਨਾਂ ਆਸਨਾਂ ਦੀ ਵੀ ਜ਼ਰੂਰਤ ਨਹੀਂ। ਸਾਨੂੰ ਆਸਨ ਗੁਰਮੁਖੀ ਆਸਨ ਚਾਹੀਦਾ, ਸੰਗਤ ਵਿੱਚ ਠੀਕ ਢੰਗ ਨਾਲ ਬੈਠਿਆ ਜਾਏ। ਔਰ ਮੈਂ ਤੇ ਇਸ ਤਰ੍ਹਾਂ ਵੀ ਸੋਚਦਾ ਹੁੰਦਾ ਕਿ ਜੇ ਕੋਈ ਵੱਡੀ ਉਮਰ ਵਿੱਚ ਬਜ਼ੁਰਗ ਆਦਮੀ ਹੈ, ਉਹ ਆਪਣੇ ਘਰ ਵਿੱਚ ਬਹਿ ਕੇ ਸਿਮਰਨ ਦਾ ਅਭਿਆਸ ਕਰਨਾ ਚਾਹੁੰਦਾ ਹੈ, ਬਾਣੀ ਦੇ ਪਾਠ ਦਾ ਅਭਿਆਸ ਕਰਨਾ ਚਾਹੁੰਦਾ ਹੈ, ਪਰ ਉਹ ਇਸ ਤਰ੍ਹਾਂ ਚੌਂਕੜੀ ਮਾਰ ਕੇ ਨਹੀਂ ਬੈਠ ਸਕਦਾ। ਤੇ ਜ਼ਰੂਰੀ ਨਹੀਂ ਉਹ ਇਸ ਤਰ੍ਹਾਂ ਹੀ ਬੈਠੇ, ਉਹ ਕੁਰਸੀ ਤੇ ਬਹਿ ਜੇ, ਸੋਫੇ ਤੇ ਬਹਿ ਜੇ, ਚਾਰਪਾਈ ਤੇ, ਬੈੱਡ ਤੇ ਲੰਮਾ ਪੈ ਕੇ ਅਭਿਆਸ ਕਰੇ। ਗੁਰਮਤ ਵਿੱਚ ਸਭ ਪ੍ਰਵਾਹ ਨੇ। ਗੁਰਮਤ ਇੱਕ ਗੱਲ ਆਖਦੀ ਹੈ ਕਿ ਤੇਰੇ ਮਨ ਦਾ ਟਿਕਾਅ ਬਣਨਾ ਚਾਹੀਦਾ ਹੈ। ਜਿਵੇਂ ਵੀ ਬਣੇ ਉਸੇ ਹੀ ਤਰ੍ਹਾਂ ਪ੍ਰਵਾਨ ਹੈ, ਤੈਨੂੰ ਆਸਨਾਂ ਦੀ ਵੀ ਜ਼ਰੂਰਤ ਨਹੀਂ। ਪਰ ਸਾਧ ਸੰਗਤ ਵਿੱਚ ਕੁਝ ਨਿਯਮ ਨੇ ਬੈਠਣ ਦੇ। ਅਸੀਂ ਜਦੋਂ ਆਸਨ ਨੂੰ ਸਮਝਿਆ ਸੀ ਉਦੋਂ ਅਸੀਂ ਇਹ ਵੀ ਗੱਲ ਸਮਝੀ ਸੀ ਕਿ ਅਸੀਂ ਇਸ ਤਰ੍ਹਾਂ ਹੀ ਕਿਉਂ ਬੈਠਦੇ ਹਾਂ। ਸੋ ਆਓ ਹੁਣ ਅਸੀਂ ਇਹ ਸਾਰੇ ਬਾਹਰਲੇ ਸਾਧਨ ਨੇ, ਜਿਨ੍ਹਾਂ ਸਾਧਨਾਂ ਵਿੱਚੋਂ ਅੱਜ 5ਵਾਂ ਨੰਬਰ ਹੈ ਪ੍ਰਤਿਆਹਾਰ ਦਾ।
ਇਸ ਤੋਂ ਅੱਗੇ 3 ਅੰਗ ਹੋਰ ਨੇ, ਧਾਰਨਾ, ਧਿਆਨ ਤੇ ਸਮਾਧੀ। ਉਹ ਤਿੰਨੇ ਅੰਦਰ ਨਾਲ ਸੰਬੰਧਿਤ ਨੇ, ਸਾਡੀ ਸੁਰਤ ਨਾਲ, ਸਾਡੇ ਮਨ ਨਾਲ ਸੰਬੰਧਿਤ ਨੇ। ਉਹਨਾਂ ਤਿੰਨਾਂ ਤੇ ਫਿਰ ਆਪਾਂ ਆਉਣ ਵਾਲੇ ਸਮੇਂ ਵਿੱਚ ਵਿਚਾਰ ਕਰਾਂਗੇ। ਪ੍ਰਤਿਆਹਾਰ ਦਾ ਅਰਥ ਜੋ ਭਾਈ ਕਾਹਨ ਸਿੰਘ ਜੀ ਨੇ ਮਹਾਨ ਕੋਸ਼ ਵਿੱਚ ਲਿਖਿਆ ਹੈ, ਉਹ ਬਿਲਕੁਲ ਹੂਬਹੂ ਤੁਹਾਡੇ ਸਾਹਮਣੇ ਹੈ। ਭਾਈ ਸਾਹਿਬ ਲਿਖਦੇ ਨੇ, ਪ੍ਰਤਿਆਹਾਰ ਦਾ ਅਰਥ ਹੈ ਇੰਦਰੀ ਨਿਗ੍ਰਹਿ ਹੈ। ਨਿਗ੍ਰਹਿ ਦਾ ਅਰਥ ਹੁੰਦਾ ਹੈ ਸੰਜਮ। ਸੰਜਮ ਦਾ ਅਰਥ ਹੁੰਦਾ ਹੈ ਕਿ ਮਨ ਤੇ ਇੰਦਰੀਆਂ ਨੂੰ ਕੰਟਰੋਲ ਵਿੱਚ ਰੱਖਣਾ, ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕ ਕੇ ਸ਼ਾਂਤ ਕਰਨਾ। ਜਿਵੇਂ ਅਸੀਂ ਉੱਤੇ ਸਮਝਿਆ ਕਿ ਸਾਡੇ ਅੰਦਰ ਹਉਮੈ ਦੀ ਅੱਗ ਹੈ, ਸਾਡੇ ਅੰਦਰ ਕ੍ਰੋਧ ਦੀ ਅੱਗ ਹੈ, ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ। ਸ਼ਾਂਤ ਕਰਨ ਤੋਂ ਮਤਲਬ ਕੀ ਹੁੰਦਾ? ਇਸ ਨੂੰ ਬੁਝਾ ਦੇਣਾ। ਅੱਗ ਬਲਦੀ ਹੋਵੇ, ਉਹਦੇ ਉੱਤੇ ਪਾਣੀ ਪਾ ਦਈਏ, ਤੇ ਪੁਰਾਣੇ ਸਮੇਂ 'ਚ ਬਜ਼ੁਰਗ ਆਖਿਆ ਕਰਦੇ ਸੀ ਅੱਗ ਸ਼ਾਂਤ ਹੋ ਗਈ ਏ। ਉਹ ਇਹ ਨਹੀਂ ਸੀ ਕਹਿੰਦੇ ਅੱਗ ਬੁਝ ਗਈ ਏ, ਅੱਗ ਸ਼ਾਂਤ ਹੋ ਗਈ ਏ। ਅੰਦਰ ਦੀ ਅੱਗ ਨੂੰ ਕਿਵੇਂ ਸ਼ਾਂਤ ਕੀਤਾ ਜਾਏ, ਇਹ ਹੈ ਇੰਦਰੀਆਂ ਦਾ ਨਿਗ੍ਰਹਿ ਕਰਨਾ, ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕ ਕੇ ਰੱਖਣਾ। ਤੇ ਇਸ ਦਾ ਇੱਕ ਅਰਥ ਹੈ ਪਿੱਛੇ ਖਿੱਚਣ ਦੀ ਕਿਰਿਆ, ਰੋਕ ਕੇ ਪਿੱਛੇ ਵੱਲ ਮੋੜਨਾ। ਜਿੱਧਰ ਨੂੰ ਸਾਡਾ ਹੁਣ ਮਨ ਦੌੜਿਆ ਜਾ ਰਿਹਾ ਹੈ, ਸਾਡਾ ਮਨ ਕਿੱਧਰ ਜਾਂਦਾ ਹੈ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਮਾਇਆ ਵੱਲ। ਮਾਇਆ ਤੋਂ ਭਾਵ ਸਿਰਫ ਰੁਪਈਆ ਪੈਸਾ ਨਹੀਂ, ਮਾਇਆ ਤੋਂ ਭਾਵ ਉਹ ਹਰ ਚੀਜ਼ ਜੋ ਸਾਨੂੰ ਰੱਬ ਨਾਲੋਂ ਜੁਦਾ ਕਰਦੀ ਹੋਵੇ, ਰੱਬ ਨਾਲੋਂ ਤੋੜਦੀ ਹੋਵੇ। ਤੇ ਸਾਡਾ ਮਨ ਉਹਨਾਂ ਹੀ ਪਦਾਰਥਾਂ ਵੱਲ, ਉਹਨਾਂ ਹੀ ਸਵਾਦਾਂ ਵੱਲ, ਉਹਨਾਂ ਹੀ ਚਸਕਿਆਂ ਵੱਲ ਜਾਂਦਾ ਹੈ, ਜਿਹੜੇ ਸਵਾਦ, ਜਿਹੜੇ ਚਸਕੇ ਸਾਨੂੰ ਰੱਬ ਨਾਲੋਂ ਤੋੜਦੇ ਹੋਣ। ਸੋ ਇਸ ਲਈ ਮੈਂ ਆਖਿਆ ਸਾਡਾ ਮਨ ਮਾਇਆ ਵੱਲ ਜਾਂਦਾ ਹੈ। ਰੂਪ ਨੂੰ ਤੱਕਣਾ, ਸੁਹੱਪਨ ਨੂੰ ਤੱਕਣਾ, ਧਨ ਪਦਾਰਥਾਂ ਨੂੰ ਤੱਕਣਾ, ਦੂਜੇ ਦੇ ਵੱਡੇ ਘਰਾਂ ਬਾਹਰਾਂ ਨੂੰ ਵੇਖ ਕੇ ਮਨ ਵਿੱਚ ਹੋਰ ਚੀਜ਼ਾਂ ਪੈਦਾ ਹੋਣੀਆਂ, ਇਹ ਸਭ ਸਾਡਾ ਮਨ ਮਾਇਆ ਵੱਲ ਦੌੜਦਾ ਹੈ। ਸੋ ਇਸ ਨੂੰ ਰੋਕ ਕੇ ਪਿੱਛੇ ਮੋੜਨਾ। ਪਿੱਛੇ ਕਾਹਦੇ ਵੱਲ ਮੋੜਨਾ ਹੈ? ਇਹ ਜਿਸ ਤੋਂ ਮਾਇਆ ਪੈਦਾ ਹੋਈ ਹੈ। ਮਾਇਆ ਕਿਹਦੇ ਤੋਂ ਪੈਦਾ ਹੋਈ ਹੈ? ਪਰਮਾਤਮਾ ਤੋਂ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਕੁਦਰਤ ਦਾ ਅਰਥ ਮਾਇਆ ਹੀ ਹੁੰਦਾ ਹੈ। ਦੋਈ ਕੁਦਰਤ ਸਾਜੀ ਹੈ, ਕਰ ਆਸਨ ਡਿਠੋ ਚਾਓ। ਇਹ ਦੂਸਰੀ ਮਾਇਆ ਪੈਦਾ ਕੀਤੀ ਉਸ ਅਕਾਲ ਪੁਰਖ ਨੇ, ਜਿਸ ਨੇ ਪੈਦਾ ਕੀਤੀ ਤੇ ਜੋ ਉਸ ਨੇ ਪੈਦਾ ਕੀਤਾ। ਸਾਡਾ ਮਨ ਪੈਦਾ ਕੀਤੇ ਵੱਲ ਜਾ ਰਿਹਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਸਾਡਾ ਮਨ ਦਾਤਾਂ ਵੱਲ ਜਾ ਰਿਹਾ ਹੈ, ਦਾਤਾਰ ਵੱਲ ਨਹੀਂ ਜਾ ਰਿਹਾ। ਤੇ ਪਿੱਛੇ ਮੋੜਨ ਦੀ ਕਿਰਿਆ ਕੀ ਹੈ? ਦਾਤਾਂ ਵਿੱਚ ਰਹਿੰਦਿਆਂ ਇਹਨਾਂ ਦਾ ਤਿਆਗ ਨਹੀਂ ਕਰਨਾ, ਦਾਤਾਂ ਦੇ ਵਿੱਚ ਰਹਿੰਦਿਆਂ ਮਨ ਨੂੰ ਪਿੱਛੇ ਮੋੜ ਕੇ ਦਾਤਾਰ ਨਾਲ ਜੋੜਨਾ, ਦਾਤਾਂ ਦੇਣ ਵਾਲੇ ਨਾਲ ਜੋੜਨਾ। ਇਸ ਨੂੰ ਆਖਦੇ ਨੇ ਮਨ ਨੂੰ ਰੋਕ ਕੇ ਪਿੱਛੇ ਮੋੜਨਾ। ਸੋ ਇਹ ਸੰਖੇਪ ਦੇ ਅਰਥ ਨੇ ਪ੍ਰਤਿਆਹਾਰ ਦੇ। ਆਓ ਹੁਣ ਅਸੀਂ ਗੁਰਬਾਣੀ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਸਾਨੂੰ ਆਪਣੇ ਮਨ ਇੰਦਰੀਆਂ ਨੂੰ ਨਿਗ੍ਰਹਿ ਕਰਨ ਦੀ ਕਿਵੇਂ ਪ੍ਰੇਰਣਾ ਕਰਦੇ ਨੇ। ਆਪ ਜੀ ਫਰਮਾਉਂਦੇ ਨੇ, ਸੋ ਗਿਰਹੀ ਜੋ ਨਿਗ੍ਰਹਿ ਕਰੇ ਉਹ ਚੰਗਾ ਗ੍ਰਸਤੀ ਹੈ। ਅਸੀਂ ਬਹੁਤ ਵਾਰੀ ਗੱਲ ਕਰਦੇ ਹਾਂ ਕਿ ਗੁਰੂ ਸਾਹਿਬਾਂ ਨੇ ਆਖਿਆ ਹਰ ਮਨੁੱਖ ਨੂੰ ਗ੍ਰਸਤੀ ਹੋਣਾ ਚਾਹੀਦਾ ਹੈ। ਗੁਰੂਆਂ ਨੇ ਐਸਾ ਕਿਤੇ ਨਹੀਂ ਆਖਿਆ ਵੀ ਹਰ ਮਨੁੱਖ ਨੂੰ ਗ੍ਰਸਤੀ ਹੋਣਾ ਚਾਹੀਦਾ ਹੈ। ਗੁਰੂਆਂ ਨੇ ਇਹ ਜ਼ਰੂਰ ਆਖਿਆ ਕਿ ਹਰ ਮਨੁੱਖ ਨੂੰ ਚੰਗਾ ਮਨੁੱਖ ਹੋਣਾ ਚਾਹੀਦਾ ਹੈ। ਜਿਹੜਾ ਗ੍ਰਸਤੀ ਨਹੀਂ ਉਹ ਚੰਗਾ ਨਾ ਹੋਵੇ, ਉਹ ਵੀ ਚੰਗਾ ਹੋਣਾ ਚਾਹੀਦਾ। ਜਿਸ ਨੇ ਘਰ-ਬਾਰ ਛੱਡ ਕੇ ਸਾਧੂ ਸੰਤ ਬਣ ਗਿਆ ਕਿ ਉਹ ਚੰਗਾ ਨਾ ਹੋਵੇ, ਉਹ ਵੀ ਚੰਗਾ ਹੋਣਾ ਚਾਹੀਦਾ। ਗ੍ਰਸਤੀ ਵੀ ਚੰਗਾ ਹੋਣਾ ਚਾਹੀਦਾ। ਸੋ ਜਿਸ ਵੀ ਆਸ਼ਰਮ ਵਿੱਚ ਕੋਈ ਰਹਿੰਦਾ ਹੈ, ਹਿੰਦੂ ਮਤ ਨੇ 4 ਆਸ਼ਰਮ ਮੰਨੇ ਹੋਏ ਨੇ, ਕਿਸੇ ਵੀ ਆਸ਼ਰਮ ਵਿੱਚ ਕੋਈ ਰਹਿੰਦਾ ਹੈ, ਉਹ ਚੰਗਾ ਇਨਸਾਨ ਹੋਣਾ ਚਾਹੀਦਾ, ਚਾਹੇ ਉਹ ਘਰ ਵਿੱਚ ਰਹਿੰਦਾ ਹੈ, ਚਾਹੇ ਉਹ ਜੰਗਲਾਂ ਵਿੱਚ ਰਹਿੰਦਾ ਹੈ, ਤੇ ਚਾਹੇ ਉਹ ਗ੍ਰਸਤ ਵਿੱਚ ਰਹਿੰਦਾ ਹੈ। ਸੋ ਗਿਰਹੀ ਉਹ ਚੰਗਾ ਗ੍ਰਸਤੀ ਹੈ ਜੋ ਨਿਗ੍ਰਹਿ ਕਰੇ, ਜਿਹੜਾ
ਆਪਣੇ ਮਨ ਤੇ ਇੰਦਰੀਆਂ ਨੂੰ ਕਾਬੂ ਵਿੱਚ ਰੱਖਦਾ ਹੈ, ਉਹਨਾਂ ਦੇ ਉੱਤੇ ਕੰਟਰੋਲ ਕਰਦਾ ਹੈ। ਜਪ ਤਪ ਸੰਜਮ ਭੀਖਿਆ ਕਰੈ। ਮਨ ਇੰਦਰੀਆਂ ਨੂੰ ਕਾਬੂ ਵਿੱਚ ਰੱਖਣ ਦਾ ਤਰੀਕਾ ਕੀ ਹੈ? ਕਿਵੇਂ ਰੱਖੀਆਂ ਜਾ ਸਕਦੀਆਂ ਨੇ ਇੰਦਰੀਆਂ ਕਾਬੂ ਵਿੱਚ? ਜਪ ਤਪ ਸੰਜਮ, ਇਹ ਤਿੰਨ ਚੀਜ਼ਾਂ ਗੁਰੂ ਕੋਲੋਂ ਰੱਬ ਜੀ ਕੋਲੋਂ ਮੰਗਣੀਆਂ ਨੇ, ਅਰਦਾਸ ਕਰਨੀ ਹੈ। ਅਸੀਂ ਅਰਦਾਸਾਂ ਕਾਹਦੇ ਲਈ ਕਰਦੇ ਹਾਂ? ਗੁਰੂ ਘਰ ਜਿੰਨੇ ਲੋਕ ਆਉਂਦੇ ਨੇ, ਮੇਰੀ 17 ਸਾਲਾਂ ਦੀ ਜੌਬ ਇੱਥੇ ਹੋ ਚੱਲੀ ਏ, ਅੱਜ ਤੱਕ ਇੱਕ ਵੀ ਬੰਦਾ ਮੇਰੇ ਕੋਲ ਨਹੀਂ ਆਇਆ ਜਿਨਨੇ ਆ ਕੇ ਆਖਿਆ ਹੋਵੇ ਕਿ ਮੈਂ ਨਾਮ ਦੀ ਮੰਗ ਕਰਦਾ, ਜਿਨਨੇ ਆ ਕੇ ਆਖਿਆ ਹੋਵੇ ਕਿ ਮੈਨੂੰ ਜਪ ਤਪ ਤੇ ਸੰਜਮ ਚਾਹੀਦਾ ਗੁਰੂ ਕੋਲੋਂ। ਇੱਕ ਵੀ ਨਹੀਂ। ਬਾਕੀ ਅਰਦਾਸਾਂ ਵਾਲੇ ਤੇ ਸੈਂਕੜੇ ਆਏ ਹੋਣਗੇ। ਸੋ ਅਸੀਂ ਕਰ ਕੀ ਰਹੇ ਹਾਂ? ਇਹਦਾ ਮਤਲਬ ਹੈ ਅਸੀਂ ਗੁਰਮਤਿ ਤੋਂ ਕਿੰਨੇ ਦੂਰ ਆ। ਗੁਰਮਤਿ ਸਾਨੂੰ ਭੀਖਿਆ ਕਰੇ ਤੋਂ ਮਤਲਬ ਕੀ ਹੈ? ਭਿੱਖਿਆ ਦਾ ਮਤਲਬ ਤੇ ਮੰਗਣਾ ਹੀ ਹੁੰਦਾ ਹੈ ਨਾ। ਭੀਖਿਆ ਕਰੇ, ਇਹ ਤਿੰਨ ਚੀਜ਼ਾਂ ਮੰਗੇ, ਜਪ ਮੰਗੇ, ਤਪ ਮੰਗੇ ਤੇ ਸੰਜਮ ਮੰਗੇ ਗੁਰੂ ਕੋਲੋਂ, ਰੱਬ ਕੋਲੋਂ। ਜਪ ਤੋਂ ਭਾਵ ਬੜਾ ਸਪਸ਼ਟ ਹੈ, ਸਿਮਰਨ ਕਰਨਾ, ਜਪ ਕਰਨਾ, ਭਗਤੀ ਕਰਨਾ, ਬੰਦਗੀ ਕਰਨਾ, ਬਾਣੀ ਦਾ ਪਾਠ ਕਰਨਾ, ਇਹ ਜਪ ਵਿੱਚ ਆਉਂਦੀਆਂ ਸਾਰੀਆਂ ਚੀਜ਼ਾਂ। ਤੇ ਤਪ ਦਾ ਅਰਥ ਗੁਰਮਤਿ ਵਿੱਚ ਹੁੰਦਾ ਹੈ ਸੇਵਾ ਕਰਨਾ। ਤਪ ਦਾ ਅਰਥ ਤਪ ਸਾਧਨਾ ਨਹੀਂ ਹੈ, ਗੁਰਮਤਿ ਵਿੱਚ ਤਪ ਦਾ ਅਰਥ ਹੁੰਦਾ ਹੈ ਸੇਵਾ ਕਰਨਾ। ਸੋ ਪਹਿਲੀ ਗੱਲ ਗੁਰੂ ਕੋਲੋਂ ਸਿਮਰਨ ਦੀ ਦਾਤ ਮੰਗਣੀ ਹੈ। ਦੂਜੀ ਗੱਲ ਗੁਰੂ ਕੋਲੋਂ ਸੇਵਾ ਦੀ ਦਾਤ ਮੰਗਣੀ ਹੈ। ਤੀਜੀ ਗੱਲ ਸੰਜਮ ਮੰਗਣਾ ਹੈ। ਸੰਜਮ ਦਾ ਅਰਥ ਹੈ ਇਹਨਾਂ ਸਾਰੇ ਸਾਡੇ 5 ਕਰਮ ਇੰਦਰੇ ਨੇ, 5 ਗਿਆਨ ਇੰਦਰੇ ਨੇ। ਇੱਕ ਮਨ ਹੈ, ਬੁੱਧ ਹੈ, ਚਿੱਤ ਤੇ ਅਹੰਕਾਰ ਹੈ। ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਵਿੱਚ ਰੱਖਣਾ, ਇਸ ਨੂੰ ਸੰਜਮ ਆਖਦੇ ਨੇ। ਇਹ ਇੱਕ ਵਿਧੀ ਦਾ ਨਾਮ ਹੈ ਜਿਸ ਵਿਧੀ ਦੁਆਰਾ ਇਹਨਾਂ ਸਾਰਿਆਂ ਨੂੰ ਵਸ ਵਿੱਚ ਜਾਂ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ, ਉਸ ਦਾ ਨਾਮ ਸੰਜਮ ਹੈ। ਇਹ ਤਿੰਨ ਚੀਜ਼ਾਂ ਮੰਗਣੀਆਂ ਨੇ। ਜਿਸ ਵੀ ਕਿਸੇ ਭਾਗਾਂ ਵਾਲੇ ਨੂੰ ਇਹ ਤਿੰਨ ਚੀਜ਼ਾਂ ਮਿਲ ਜਾਣ ਤੇ ਫਿਰ ਉਹ ਕੀ ਕਰੇ? ਪੁੰਨ ਦਾਨ ਕਾ ਕਰੇ ਸਰੀਰ। ਅਸੀਂ ਕਈ ਵਾਰੀ ਸੁਣਦੇ ਹਾਂ, ਸਾਡੀ ਸਿੱਖੀ ਸਿਧਾਂਤਾਂ ਦੀ ਜਦੋਂ ਗੱਲ ਹੁੰਦੀ ਏ ਤੇ ਸਾਨੂੰ ਗੁਰੂ ਜੀ ਨੇ ਆਖਿਆ ਵੀ ਤੁਸੀਂ ਧਰਮ ਦੀ ਕਿਰਤ ਕਰਨੀ ਹੈ, ਨਾਮ ਜਪਣਾ ਹੈ ਤੇ ਵੰਡ ਕੇ ਛਕਣਾ। ਧਰਮ ਦੀ ਕਿਰਤ ਕਰਨਾ ਤੇ ਨਾਮ ਜਪਣਾ, ਇਹ ਦੋਵੇਂ ਜਪ ਤਪ ਚੀਜ਼ਾਂ ਨੇ। ਧਰਮ ਦੀ ਕਿਰਤ ਕਰਨਾ ਤਪ ਸਦਵਾਉਂਦਾ ਹੈ, ਉਹਦੇ ਵਿੱਚ ਸੇਵਾ ਆਏਗੀ, ਆਪਣਾ ਕਾਰੋਬਾਰ ਆਏਗਾ, ਆਪਣਾ ਲੈਣ ਦੇਣ ਸਭ ਕੁਝ ਉਹਦੇ ਵਿੱਚ ਆ ਜਾਏਗਾ। ਜਪ ਵਿੱਚ ਬਾਣੀ ਦਾ ਪਾਠ, ਸਿਮਰਨ ਕਰਨਾ, ਜਪ ਕਰਨਾ, ਸੰਗਤੀ ਰੂਪ ਵਿੱਚ ਸਿਮਰਨ ਕਰਨਾ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਆਉਣਗੀਆਂ। ਪੁੰਨ ਦਾਨ ਕਾ ਕਰੇ ਸਰੀਰ, ਵੰਡ ਕੇ ਛਕਣ ਵਿੱਚ ਆਏਗਾ। ਪੁੰਨ ਦਾਨ ਦਾ ਸਰੀਰ ਤੋਂ ਭਾਵ ਹੈ ਕਿ ਬੰਦਾ ਆਦੀ ਹੋ ਜਾਏ, ਬੰਦੇ ਦਾ ਸੁਭਾਅ ਹੀ ਬਣ ਜਾਏ ਕਿ ਮੈਂ ਤੇ ਲੋੜਵੰਦ ਦੀ ਸਹਾਇਤਾ ਕਰਨੀ ਹੀ ਕਰਨੀ ਹੈ। ਇਸ ਨੂੰ ਆਖਦੇ ਨੇ ਪੁੰਨ ਦਾਨ ਕਾ ਕਰੇ ਸਰੀਰ। ਕਿਉਂ ਕੋਈ ਵੀ ਮੇਰੇ ਸਾਹਮਣੇ ਜ਼ਰੂਰਤਮੰਦ ਆਇਆ ਜਾਂ ਮੇਰੇ ਕੋਲ ਆਇਆ, ਇਹ ਜ਼ਰੂਰੀ ਨਹੀਂ ਕਿ ਮੈਂ ਉਹਦੀ ਹਰ ਲੋੜ ਪੂਰੀ ਕਰ ਸਕਾਂ। ਇਹ ਤੇ ਰੱਬ ਹੀ ਕਰ ਸਕਦਾ ਜਾਂ ਗੁਰੂ ਕਰ ਸਕਦਾ ਹੈ। ਆਪਾਂ ਜਿੰਨੀ ਕੁ ਕਰ ਸਕਦੇ ਹਾਂ ਉਨੀ ਕੁ ਕਰਨੀ। ਜੋ ਆਪਾਂ ਕਰ ਸਕਦੇ ਹਾਂ ਉਹ ਹੀ ਕਰਨਾ, ਉਸ ਤੋਂ ਵੱਧ ਆਪਾਂ ਕਰ ਹੀ ਨਹੀਂ ਸਕਦੇ। ਸੋ ਇਸ ਲਈ ਪੁੰਨ ਦਾਨ ਕਾ ਕਰੇ ਸਰੀਰ ਤੋਂ ਭਾਵ ਲੋੜਵੰਦ ਦੀ ਲੋੜ ਨੂੰ ਪੂਰਿਆ ਕਰਨਾ। ਸੋ ਗਿਰਹੀ ਗੰਗਾ ਕਾ ਨੀਰ, ਉਸ ਗ੍ਰਸਤੀ ਨੂੰ ਮੈਲ ਤੋਂ ਰਹਿਤ ਮੰਨ ਲਿਆ ਜਾ ਸਕਦਾ ਹੈ। ਮੈਲ ਤੋਂ ਰਹਿਤ ਕੌਣ ਹੈ? ਕੇਵਲ ਇੱਕ ਪ੍ਰਮਾਤਮਾ। ਦੂਜਾ ਮੈਲ ਤੋਂ ਰਹਿਤ ਉਹ ਹੁੰਦਾ ਜਿਹੜਾ ਪ੍ਰਮਾਤਮਾ ਵਿੱਚ ਲੀਨ ਹੋ ਜਾਏ। ਹੋਰ ਕੋਈ ਵੀ ਮੈਲ ਤੋਂ ਰਹਿਤ ਨਹੀਂ। ਹਰ ਚੀਜ਼ ਮੈਲ ਨਾਲ ਭਰੀ ਹੋਈ ਹੈ, ਹਰ ਚੀਜ਼ ਵਿੱਚ ਮੈਲ ਹੈ। ਸੋ ਮੈਲ ਤੋਂ ਰਹਿਤ ਕੇਵਲ ਪ੍ਰਮਾਤਮਾ ਹੈ, ਜਾਂ ਜਿਹੜਾ ਕੋਈ ਮਨੁੱਖ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਉਹ ਮੈਲ ਤੋਂ ਰਹਿਤ ਹੋ ਜਾਂਦਾ ਹੈ। ਸੱਚ ਸੰਪੂਰਨ ਨਿਰਮਲਾ, ਤਿਸ ਵਿੱਚ ਝੂਠ ਨਾ ਰਲਦਾ ਰਾਈ। ਸੋ ਜਰਾ ਜਿੰਨਾ ਵੀ ਝੂਠ ਸੱਚ ਵਿੱਚ ਨਹੀਂ ਸਮਾ ਸਕਦਾ। ਨਿਰਮਲਤਾਈ ਹੀ ਨਿਰਮਲਤਾਈ ਵਿੱਚ ਸਮਾ ਸਕਦੀ ਏ।
ਝੂਠ ਸਮਾਏਗਾ ਤੇ ਝੂਠ ਵਿੱਚ ਹੀ ਸਮਾਏਗਾ। ਤੁਹਾਨੂੰ ਪਤਾ ਹੀ ਇੱਕ ਝੂਠ ਕਿਤੇ ਬੋਲ ਬੈਠੀਏ, ਉਸ ਨੂੰ ਸੱਚ ਬਣਾ ਕੇ ਵਿਖਾਉਣ ਲਈ ਸੈਂਕੜੇ ਹੋਰ ਝੂਠ ਬੋਲਣੇ ਪੈਂਦੇ ਨੇ ਤੇ ਉਹ ਝੂਠ ਸੱਚ ਫਿਰ ਵੀ ਨਹੀਂ ਬਣਦਾ, ਕਿਤੇ ਨਾ ਕਿਤੇ ਜਾ ਕੇ ਫਿਰ ਫੜਿਆ ਜਾਂਦਾ। ਸੋ ਸੱਚ ਵਿੱਚ ਝੂਠ ਨਹੀਂ ਰਲਦਾ, ਝੂਠ ਵਿੱਚ ਸੱਚ ਨਹੀਂ ਰਲਦਾ। ਝੂਠ ਵਿੱਚ ਝੂਠ ਮਿਕਸ ਅਪ ਹੋ ਸਕਦਾ ਜਿੰਨਾ ਮਰਜ਼ੀ ਕਰ ਲਓ, ਤੇ ਸੱਚ ਵਿੱਚ ਸੱਚ ਹੋ ਸਕਦਾ। ਇਸ ਲਈ ਗੁਰੂ ਸਾਹਿਬ ਆਖਦੇ ਨੇ ਸੋ ਗਿਰਹੀ ਗੰਗਾ ਕਾ ਨੀਰ, ਇਹ ਇੱਕ ਅਖਾਣ ਹੈ, ਇੱਕ ਕਹਾਵਤ ਹੈ ਕਿ ਗੰਗਾ ਦਾ ਜਿਹੜਾ ਨੀਰ ਹੈ ਉਹ ਨਿਰਮਲ ਹੈ। ਭਾਵੇਂ ਅੱਜ ਰਾਮ ਦੀ ਗੰਗਾ ਮੈਲੀ ਹੋਏਗੀ, ਤੁਹਾਨੂੰ ਪਤਾ ਹੀ ਸਾਰਿਆਂ ਨੂੰ, ਪਰ ਇੱਕ ਕਹਾਵਤ ਹੈ ਕਿ ਗੰਗਾ ਦੇ ਪਾਣੀ ਨੂੰ ਪਵਿੱਤਰ ਪਾਣੀ ਮੰਨਿਆ ਜਾਂਦਾ ਰਿਹਾ। ਸੋ ਗੁਰੂ ਜੀ ਨੇ ਉਸ ਕਹਾਵਤ ਨੂੰ ਇੱਥੇ ਵਰਤਿਆ ਹੋਇਆ ਹੈ ਕਿ ਉਹ ਗ੍ਰਸਤੀ ਇਸ ਤਰ੍ਹਾਂ ਦਾ ਹੋ ਜਾਏਗਾ ਜਿਵੇਂ ਗੰਗਾ ਦਾ ਜਲ ਪਵਿੱਤਰ ਹੈ। ਸੋ ਅਸੀਂ ਅਗਲੀ ਕਥਾ ਵਿੱਚ ਇੱਥੋਂ ਹੀ ਗੱਲ ਪ੍ਰਾਰੰਭ ਕਰਾਂਗੇ। ਪੰਜਵੇਂ ਪਾਤਸ਼ਾਹ ਸਾਨੂੰ ਇੰਦਰੀਆਂ ਉੱਤੇ ਕੰਟਰੋਲ ਕਰਨ ਨੂੰ ਕਿਵੇਂ ਆਖਦੇ ਨੇ, ਤੇ ਸੰਖੇਪ ਵਿੱਚ ਸਮਝਾਂਗੇ ਇੰਦਰੀਆਂ ਕੀ ਨੇ ਤੇ ਇਹਨਾਂ ਦਾ ਕਰਮ ਕੀ ਹੈ, ਕਿਹੜੀ ਇੰਦਰੀ ਕੀ ਕਰਮ ਕਰਦੀ ਹੈ, ਇਸ ਨੂੰ ਵੀ ਆਪਾਂ ਸੰਖੇਪ ਵਿੱਚ ਸਮਝਾਂਗੇ। ਅੱਜ ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨਾ ਜੀ। ਪ੍ਰਤਿਆਹਾਰ ਤੋਂ ਅੱਗੇ 3 ਚੀਜ਼ਾਂ ਰਹਿ ਜਾਣੀਆਂ ਨੇ, ਧਾਰਨਾ, ਧਿਆਨ ਤੇ ਸਮਾਧੀ। ਉਹ ਸਾਰੀਆਂ ਅੰਦਰ ਨਾਲ ਸੰਬੰਧਿਤ ਨੇ। ਤੁਸੀਂ ਵੀ ਪੜ੍ਹ ਕੇ ਹੀ ਆਇਆ ਕਰੋ, ਮੈਂ ਤੇ ਹੀ ਸਲਾਹ ਦਿਆਂਗਾ। ਮੈਂ ਵੀ ਪੜ੍ਹ ਕੇ ਹੀ ਆਉਣਾ, ਮੈਨੂੰ ਕਿਹੜਾ ਵੀ ਉੱਥੇ ਸਮਾਧੀ ਆਉਂਦੀ ਲਾਉਣੀ ਹੈ ਨਾ। ਸੋ ਮੈਂ ਵੀ ਪੜ੍ਹ ਕੇ ਆਉਣਾ, ਤੁਸੀਂ ਵੀ ਪੜ੍ਹ ਕੇ ਆਇਆ ਕਰੋ, ਫਿਰ ਆਪਾਂ ਕਿਸੇ ਸਿੱਟੇ ਤੇ ਪਹੁੰਚ ਸਕਦੇ ਹਾਂ ਭਈ ਅਸਲ 'ਚ ਗੁਰੂ ਜੀ ਸਾਨੂੰ ਕੀ ਸਮਝਾਉਣਾ ਚਾਹ ਰਹੇ ਨੇ। ਸੋ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।